ਇਹਦੇ 'ਚ ਲਿਖਿਆ ਗਿਆ ਨਿਯਮਾਂ ਦੀ ਤੁਸੀਂ ਉਲੰਘਣਾ ਕੀਤੀ ਹੈ। ਨਿਯਮ ਅਜਿਹੇ ਕੁਝ ਕਹਿੰਦੇ ਨੇ ਕਾਲਜ ਦੇ ਵਿੱਚ ਤੁਸੀਂ ਸੱਚ ਨਹੀਂ ਬੋਲਣਾ। ਅਸੀਂ ਤਾਂ ਸਿਰਫ ਵਿੱਤੀ ਬੇਨੀਮੀਆਂ ਜਿਹੜੀਆਂ ਇੱਕ ਸੰਸਥਾ ਨੂੰ ਘੁਣ ਦੀ ਤਰ੍ਹਾਂ ਖਾ ਰਹੀਆਂ ਨੇ, ਅਸੀਂ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਸੀਗੀ। ਇਸ ਸਰਕਾਰੀ ਸੰਸਥਾ ਦੇ ਵਿੱਚ ਇਹੋ ਜਿਹਾ ਕੁਝ ਹੋਣਾ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ। ਇਹ ਸ਼ਰਮ ਉਹਨਾਂ ਨੂੰ ਕਿਉਂ ਨਹੀਂ ਆਈ ਫਿਰ? ਇਹ ਹੁਣ ਉਹੀ ਦੱਸ ਸਕਦੇ ਨੇ। ਇੱਕ ਪ੍ਰੋਫੈਸਰ ਕਾਲਜ ਵਿੱਚ ਵੀ ਰੈਗੂਲਰ ਹੈ ਤੇ ਦੂਜੇ ਪਾਸੇ ਉਹ PhD ਵਿੱਚ ਵੀ ਰੈਗੂਲਰ ਹੈ। ਇਹ ਕਿਵੇਂ ਹੋ ਸਕਦਾ? ਇੱਕ ਸਾਡੀ ਪ੍ਰੋਫੈਸਰ ਨੇ ਜਿਨ੍ਹਾਂ ਨੇ ਇੱਕ ਸਾਡੀ ਸਾਬਕਾ ਪ੍ਰੋਫੈਸਰ ਦੇ ਨਾਲ ਛੇੜਛਾੜ ਕੀਤੀ, ਉਹਨੂੰ ਫੋਨ ਤੇ ਕਮੈਂਟ ਕੀਤਾ ਤੇ ਉਹ ਸਾਬਕਾ ਪ੍ਰੋਫੈਸਰ ਆਪਣੇ ਪਤੀ ਦੇ ਨਾਲ ਆ ਕੇ ਉਹਨੂੰ ਕੁੱਟਦੀ ਹੈ, ਉਹਦੀ ਵੀਡੀਓ ਵਾਇਰਲ ਹੁੰਦੀ ਹੈ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਪਰ ਪ੍ਰੋਫੈਸਰ ਸਿਮਰਤ ਕੌਰ ਵੱਲੋਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਪ੍ਰੋਫੈਸਰ ਅੰਮ੍ਰਿਤ ਸਮਰਾ ਤੇ ਇੱਕ ਹੋਰ ਲੇਡੀ ਪ੍ਰੋਫੈਸਰ ਵੱਲੋਂ ਕਿਹਾ ਗਿਆ ਹੈ ਕਿ ਇਹ ਦੋ ਹਜੇ ਤਾਂ ਇਹ ਤਿੰਨੋਂ ਕਾਲਜ ਵਿੱਚੋਂ ਸਾਫ਼ ਹੋਏ ਨੇ, ਇਹਨਾਂ ਦਾ ਇਹ ਨਹੀਂ ਪਤਾ ਵੀ ਇਹ ਗਏ ਕਿੱਧਰ। ਅਸੀਂ ਅਕਸਰ ਸੁਣਦੇ ਹਾਂ ਕਿ ਝੂਠ ਬੋਲਣਾ ਪਾਪ ਹੈ ਤੇ ਝੂਠ ਬੋਲਣ ਵਾਲੇ ਨੂੰ ਸਜ਼ਾ ਜ਼ਰੂਰ ਮਿਲਦੀ ਹੈ, ਪਰ ਕੀ ਤੁਸੀਂ ਸੁਣਿਆ ਹੈ ਕਿ ਸੱਚ ਬੋਲਣ ਵਾਲੇ ਨੂੰ ਵੀ ਸਜ਼ਾ ਮਿਲੀ ਹੋਵੇ? ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਾਡੇ ਨਾਲ ਇਸ ਵੇਲੇ 3 ਨੌਜਵਾਨ ਪ੍ਰੋਫੈਸਰ ਖੜੇ ਨੇ ਜੋ ਬੱਚਿਆਂ ਨੂੰ ਸਿਖਾਉਂਦੇ ਨੇ ਕਿ ਸੱਚ ਬੋਲੋ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸੱਚ ਬੋਲਣ ਦੀ ਇਹਨਾਂ ਨੂੰ ਇੰਨੀ ਵੱਡੀ ਸਜ਼ਾ ਮਿਲੇਗੀ ਜਿਸ ਬਾਰੇ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਸੀਂ ਖਬਰ ਲਾਈ ਸੀ ਕਿ ਸਰਕਾਰੀ ਮਹਿੰਦਰਾ ਕਾਲਜ ਜੋ ਪਟਿਆਲੇ ਦੇ ਵਿੱਚ ਹੈ, ਉਸ ਦੇ ਵਿੱਚ ਹੋ ਰਹੇ ਵਿੱਤੀ ਘੁਟਾਲੇ ਦੀ ਜਾਂ ਵਿੱਤੀ ਗੜਬੜੀਆਂ ਦੀ ਜੋ ਗੱਲ ਨੂੰ ਇਹਨਾਂ ਨੇ ਉਜਾਗਰ ਕੀਤਾ ਤੇ ਬਦਲੇ 'ਚ ਇਹਨਾਂ ਨੂੰ ਮਿਲਿਆ ਟਰਮੀਨੇਸ਼ਨ। ਜੋਸ਼ੀ ਸਾਹਿਬ ਖੜੇ ਨੇ, ਪ੍ਰੋਫੈਸਰ ਟਿਵਾਣਾ ਜੀ ਤੇ ਮਨਦੀਪ ਜੀ, ਗੱਲਬਾਤ ਕਰਾਂਗੇ। ਜੋਸ਼ੀ ਜੀ, ਤੁਹਾਡੇ ਕੋਲ ਸਭ ਤੋਂ ਪਹਿਲਾ ਸਵਾਲ, ਟਰਮੀਨੇਸ਼ਨ ਲੈਟਰ ਤੁਹਾਨੂੰ ਮਿਲਿਆ ਹੈ, ਤੁਸੀਂ ਸੱਚ ਬੋਲਿਆ ਇਸ ਕਰਕੇ, ਉਸ ਲੈਟਰ ਦੇ ਵਿੱਚ ਲਿਖਿਆ ਕੀ ਹੈ? ਸਰ, ਉਸ ਲੈਟਰ ਦੇ ਵਿੱਚ ਲਿਖਿਆ ਹੈ ਕੰਟਰੈਕਚੁਅਲ ਅਧਿਆਪਕਾਂ ਵੱਲੋਂ ਅਨੁਸ਼ਾਸਨ ਭੰਗ ਕਰਨ, ਦਫ਼ਤਰੀ ਹੁਕਮਾਂ ਦੀ ਅਦੂਲੀਕਰਨ, ਕਾਲਜ ਦੇ ਮਸਲਿਆਂ ਨੂੰ ਸਹੀਕਰਤਾ ਨਾਲ ਬੈਠ ਕੇ ਹੱਲ ਕਰਨ ਦੀ ਬਜਾਏ ਬਿਨਾਂ ਕਿਸੇ ਆਗਿਆ ਦੇ ਪ੍ਰੈਸ ਕਾਨਫਰੰਸ ਕਰਨ, ਕਾਲਜ ਦੇ HEIS ਵੱਲੋਂ ਨਿਰਧਾਰਿਤ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਕਾਰਨ ਬੋਰਡ ਆਫ ਗਵਰਨਰਸ ਦੀ HEIS ਦੀ ਅੱਜ ਮਿਤੀ ਕੀਤੀ ਗਈ, ਉਹ ਜਿਹਦੇ ਵਿੱਚ ਸਾਨੂੰ ਟਰਮੀਨੇਟ ਕੀਤਾ ਗਿਆ। ਨਹੀਂ, ਇਹਦੇ 'ਚ ਲਿਖਿਆ ਗਿਆ ਨਿਯਮਾਂ ਦੀ ਤੁਸੀਂ ਉਲੰਘਣਾ ਕੀਤੀ ਹੈ। ਨਿਯਮ ਅਜਿਹੇ ਕੁਝ ਕਹਿੰਦੇ ਨੇ ਕਾਲਜ ਦੇ ਵਿੱਚ ਤੁਸੀਂ ਸੱਚ ਨਹੀਂ ਬੋਲਣਾ। ਸਰ, ਇਹ ਤਾਂ ਹੁਣ BOG ਵਾਲਿਆਂ ਨੂੰ ਪਤਾ ਹੋਊ, ਕਿਉਂਕਿ ਸਾਡੇ ਅਸੀਂ ਤਾਂ ਅੱਜ ਤੱਕ ਤੁਸੀਂ ਇਦਾਂ ਦਾ ਨਿਯਮ ਪੜ੍ਹਿਆ ਕੋਈ ਵੀ ਸੱਚ ਨਹੀਂ ਬੋਲਣਾ? ਅੱਜ ਤੱਕ ਇਹੀ ਸੁਣਿਆ ਵੀ ਸੱਚ ਬੋਲਣਾ ਚਾਹੀਦਾ ਹੈ ਔਰ ਜਿਹੜੀ ਚੀਜ਼ ਗਲਤ ਹੋ ਰਹੀ ਹੈ ਉਹਨੂੰ ਟੋਕਣਾ ਚਾਹੀਦਾ ਹੈ। ਤੇ ਤੁਹਾਡੀ ਇੱਕ ਹੋਰ ਇਹਦੇ ਵਿੱਚ ਗਲਤੀ ਦੱਸੀ ਗਈ ਹੈ ਵੀ ਤੁਸੀਂ ਕਾਲਜ ਵਾਲਿਆਂ ਦੇ ਨਾਲ ਪਹਿਲਾਂ ਗੱਲਬਾਤ ਨਹੀਂ ਕੀਤੀ, ਤੁਸੀਂ ਉਹਨਾਂ ਨੂੰ ਇਸ ਮਾਮਲੇ ਬਾਰੇ ਜਾਣੂ ਨਹੀਂ ਕਰਵਾਇਆ, ਸਿੱਧਾ ਤੁਸੀਂ ਮੀਡੀਆ ਦੇ ਵਿੱਚ ਆਏ ਹੋ। ਸਰ, ਅਸੀਂ ਪਿਛਲੇ 1 ਸਾਲ ਤੋਂ ਕਾਲਜ ਵਾਲਿਆਂ ਨੂੰ, ਹਾਇਰ ਅਥਾਰਟੀਜ਼ ਨੂੰ, ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ, CMO ਆਫਿਸ, ਹਰ ਜਗ੍ਹਾ ਐਪਲੀਕੇਸ਼ਨਸ ਲਿਖੀਆਂ। ਇਨਫੈਕਟ ਆ ਜਿਹੜੇ ਸਾਡੇ ਨਵੇਂ ਪ੍ਰਿੰਸੀਪਲ ਮੈਡਮ ਆਏ ਆ, ਅਸੀਂ 3/11 ਨੂੰ ਇਹਨਾਂ ਨੂੰ ਵੀ ਦਫ਼ਤਰ 'ਚ ਵੀ ਰਿਸੀਵ ਕਰਾਈ ਤਾਂ ਆਹ ਈਮੇਲ ਵੀ ਕੀਤੀ, ਜਿਹਦੇ ਵਿੱਚ ਅਸੀਂ ਦੱਸਿਆ ਵੀ ਵਿਜੀਲੈਂਸ ਇਨਕੁਆਇਰੀ ਚੱਲ ਰਹੀ ਹੈ, ਇਹਦੇ ਮੱਦੇਨਜ਼ਰ ਬੰਦਿਆਂ ਨੂੰ ਉਹਨਾਂ ਦੇ ਪਦਾਂ ਤੋਂ ਹਟਾਇਆ ਜਾਵੇ ਤਾਂ ਕਿ ਵਿਜੀਲੈਂਸ ਇਨਕੁਆਇਰੀ ਦੇ ਵਿੱਚ ਕੋਈ ਵਾਧਾ ਨਾ ਆਵੇ। ਤੇ ਹੋਰ ਵੀ ਅਸੀਂ ਕਿੰਨੀ ਵਾਰੀ ਕੰਪਲੇਂਟਸ ਦਿੱਤੀਆਂ। ਆ ਦੇਖੋ, ਆਹ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਭੇਜੀਆਂ ਹੋਈਆਂ, ਉਚੇਰੀਆ ਸਿੱਖਿਆ ਨੂੰ ਭੇਜੀਆਂ ਜੀ, ਸਾਰਿਆਂ ਨੂੰ। ਇਹ ਕਿਹੜੀ ਤਰੀਕ ਦੀ ਹੈ ਸਰ? ਇਹ ਹੈਗੀ ਹੈ ਜੀ 5 ਮਾਰਚ ਦੀ ਜੀ। 5 ਮਾਰਚ? ਹਾਂਜੀ ਹਾਂਜੀ। ਮਤਲਬ ਇਹ ਸਾਰੀ ਫਾਈਲ ਜਿਹੜੀ ਹੈਗੀ ਇਹ ਇਹੀ ਕੰਪਲੇਂਟਸ ਦੇ ਰਿਲੇਟਡ ਹੈਗੀ ਹੈ। ਘੱਟੋ ਘੱਟ ਅਸੀਂ 8-10 ਵਾਰੀ ਅੱਡ ਜਗ੍ਹਾ, ਹਰ ਜਗ੍ਹਾ ਕੰਪਲੇਂਟਸ ਕੀਤੀਆਂ ਵੀ ਸਾਡੀ ਜਿਹੜੀ ਕੰਪਲੇਂਟਸ ਹੈਗੀ ਉਹਦੇ 'ਤੇ ਕੋਈ ਢੁਕਵੀਂ ਕਾਰਵਾਈ ਹੋ ਨਹੀਂ ਰਹੀ ਹੈਗੀ। ਤੇ ਫਿਰ ਇਹ ਕਿਉਂ ਲਿਖਿਆ ਗਿਆ ਤੁਹਾਡੇ ਜਿਹੜੇ ਟਰਮੀਨੇਸ਼ਨ ਲੈਟਰ ਹੈ ਵੀ ਤੁਸੀਂ ਬੈਠ ਕੇ ਪਹਿਲਾਂ ਗੱਲਬਾਤ ਨਹੀਂ ਕੀਤੀ? ਸਰ, ਇਹ ਤਾਂ ਸਾਨੂੰ ਵੀ ਨਹੀਂ ਸਮਝ ਆਇਆ, ਕਿਉਂਕਿ ਜਦੋਂ ਅਸੀਂ ਇੱਥੋਂ ਗਿਆ ਉਸ ਤੋਂ ਅਗਲੇ ਦਿਨ ਤੱਕ ਸਾਡੇ ਨਾਲ ਪ੍ਰਿੰਸੀਪਲ ਮੈਡਮ ਦੀ ਬੜੀ ਵਧੀਆ ਗੱਲਬਾਤ ਹੋਈ ਹੈ, ਫੋਨ ਤੇ ਵੀ ਤੇ WhatsApp ਉਦੋਂ ਤੱਕ ਸ਼ਾਇਦ ਖਬਰ ਨਾ ਦੇਖੀ ਹੋਵੇ ਉਹਨਾਂ ਨੇ। ਨਹੀਂ, ਸਵੇਰੇ ਉਹਨਾਂ ਨੂੰ ਪਤਾ ਲੱਗ ਗਿਆ, ਉਦੋਂ ਟਿਵਾਣਾ ਸਾਹਿਬ ਨਾਲ ਗੱਲ ਹੋਈ ਹੈ। ਉਸ ਤੋਂ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ, ਉਦੋਂ ਤੱਕ ਠੀਕ ਸੀ। ਤੇ ਪਿਛਲੇ ਤੁਹਾਨੂੰ ਪਤਾ ਵੀ ਲੋਕਡਾਊਨ ਦੇ ਦੌਰਾਨ ਜਦੋਂ ਸਾਡਾ ਕਾਲਜ ਸਟਾਰਟ ਹੋਇਆ, 15 ਦਿਨ ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰਨੀ ਸੀ। 15 ਦਿਨ ਜਿਹੜਾ ਸਾਡਾ ਕਾਲਜ ਦਾ ਆਨਲਾਈਨ ਦਾ ਕੰਮ ਸੀ, ਕਮਰਸ ਡਿਪਾਰਟਮੈਂਟ ਦਾ, ਮੇਰੇ ਡਿਪਾਰਟਮੈਂਟ ਦਾ, ਉਹ ਸਾਰਾ ਮੈਂ ਹੀ ਮੈਨੇਜ ਕੀਤਾ। ਉਹਦੇ ਕਰਕੇ ਮੈਂ WhatsApp ਤੇ ਮੈਡਮ ਨੇ ਹਰ ਰੋਜ਼ ਦੇ ਮੇਰੇ ਕੋਲ ਮੈਸੇजेस ਹੈਗੇ ਵੀ ਸ਼ਾਬਾਸ਼, ਵੈਰੀ ਗੁੱਡ, ਵੀ ਕੀਪ ਇਟ ਅਪ, ਕੋਈ ਹੋਰ ਇਹੋ ਜਿਹਾ ਇਨੀਸ਼ੀਏਟਿਵ ਨਹੀਂ ਲੈਂਦਾ, ਤੂੰ ਹਮੇਸ਼ਾ ਮੇਰੇ ਕੰਮ ਕਰਨ ਲਈ ਖੜਾ ਹੁੰਨਾ ਕੋਲੇ। ਤੇ ਇਸ ਵਾਰ ਸ਼ਾਬਾਸ਼ ਨਹੀਂ ਦਿੱਤੀ ਵੀ ਚੰਗੀ ਗੱਲ ਹੈ ਜੋਸ਼ੀ ਸਾਹਿਬ, ਤੁਸੀਂ ਵਿੱਤੀ ਘੁਟਾਲੇ ਨੂੰ ਉਜਾਗਰ ਕੀਤਾ? ਇਸ ਵਾਰ ਤਾਂ ਸਰ ਫੋਨ ਵੀ ਨਹੀਂ ਚੱਕਿਆ ਅਸੀਂ, ਜਦੋਂ ਸਾਨੂੰ ਪਤਾ ਲੱਗਿਆ ਵੀ ਆਹ ਨੋਟਿਸ ਹੈਗਾ, ਅਸੀਂ ਫੋਨ ਵੀ ਕੀਤਾ ਬੜੀ ਵਾਰੀ ਮੈਡਮ, ਲੇਕਿਨ ਹੁਣ ਤੱਕ ਮੈਡਮ ਨੇ ਫੋਨ ਦਾ ਜਵਾਬ ਹੀ ਨਹੀਂ ਦਿੱਤਾ ਹੈਗਾ ਸਾਡਾ। ਟਿਵਾਣਾ ਸਾਹਿਬ, ਤੁਹਾਨੂੰ ਲੱਗਦਾ ਨਹੀਂ ਵੀ ਇਹਦਾ ਨਾਦਰਸ਼ਾਹੀ ਫਰਮਾਨ ਹੈ? ਤੁਸੀਂ ਤਾਂ ਸੋਚ ਕੇ ਬੋਲੇ ਹੋਣੇ ਹੋ ਕਿ ਚਲੋ ਸੱਚ ਸਾਹਮਣੇ ਆਏਗਾ, ਤੇ ਕਿਉਂਕਿ ਕੀਤੇ ਨਾਲ ਇਮਾਨਦਾਰੀ ਬਹੁਤ ਜ਼ਰੂਰੀ ਹੈ ਤੇ ਤੁਸੀਂ ਉਹ ਨਿਭਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਨਾਮ ਕੁਝ ਹੋਰ ਮਿਲਿਆ।
ਕਿੱਤੇ ਨਾਲ ਇਮਾਨਦਾਰੀ ਅਸੀਂ ਸ਼ੁਰੂ ਤੋਂ ਸਿੱਖੀ ਹੈ। ਸਾਡੇ ਟੀਚਰਸ ਨੇ ਸਾਨੂੰ ਇਹੀ ਸਿਖਾਈ ਹੈ ਕਿ ਆਪਣੇ ਕਿੱਤੇ ਦੇ ਨਾਲ ਹਮੇਸ਼ਾ ਵਫਾਦਾਰ ਰਹਿਣਾ ਹੈ। ਅਸੀਂ ਉਹੀ ਕਾਰਨ ਹੈ ਕਿ ਅੱਜ ਅਸੀਂ ਇੱਥੇ ਖੜੇ ਹਾਂ ਤੇ ਅਸੀਂ ਖੜੇ ਰਹਾਂਗੇ। ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਇਹੋ ਜਿਹੇ ਕਿਹੜੇ ਝੂਠੇ ਦੋਸ਼ ਲਾਤੇ ਜਿਨ੍ਹਾਂ ਦਾ ਸਾਨੂੰ ਇਹ ਸਿਲਸਿਲਾ ਮਿਲ ਰਿਹਾ ਹੈ, ਕਿਉਂਕਿ ਅਸੀਂ ਤਾਂ ਸਿਰਫ ਵਿੱਤੀ ਬੇਨੀਮੀਆਂ ਜਿਹੜੀਆਂ ਇੱਕ ਸੰਸਥਾ ਨੂੰ ਘੁਣ ਦੀ ਤਰ੍ਹਾਂ ਖਾ ਰਹੀਆਂ ਨੇ, ਅਸੀਂ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਸੀਗੀ। ਤੇ ਅਸੀਂ ਆਵਾਜ਼ ਉਠਾਈ ਸੀ ਜਿਹੜੇ ਉਹਨਾਂ ਸੀਟਾਂ ਉੱਪਰ ਬੈਠ ਕੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ ਤੇ ਜਿਨ੍ਹਾਂ ਨੇ ਕਾਲਜ ਨੂੰ ਲੱਖਾਂ ਕਰੋੜਾਂ ਰੁਪਏ ਦਾ ਇੱਕ ਤਰ੍ਹਾਂ ਨਾਲ ਚੂਨਾ ਲਗਾਇਆ, ਕਿਉਂਕਿ ਫੰਡਾਂ ਦਾ ਗਲਤ ਪ੍ਰਯੋਗ ਕੀਤਾ ਗਿਆ, ਗਲਤ ਇਸਤੇਮਾਲ ਕੀਤਾ ਗਿਆ, ਨਿਯਮਾਂ ਦੇ ਉਲਟ ਜਾ ਕੇ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਇਸਤੇਮਾਲ ਕੀਤਾ ਗਿਆ। ਅਸੀਂ ਉਹਦੇ ਖਿਲਾਫ ਆਵਾਜ਼ ਉਠਾਈ ਹੈ। ਸਿਰਫ ਕਾਲਜ ਦੀ ਨਹੀਂ, ਮੈਂ ਕਹਾਂਗਾ ਆਪਣੇ ਕਿੱਤੇ ਨਾਲ ਵੀ ਗੱਦਾਰੀ ਕੀਤੀ ਹੈ, ਬੱਚਿਆਂ ਦੇ ਭਵਿੱਖ ਨਾਲ ਵੀ ਕੀਤੀ ਹੈ, ਸੂਬੇ ਨਾਲ ਵੀ ਕੀਤੀ ਹੈ, ਦੇਸ਼ ਨਾਲ ਵੀ ਕੀਤੀ ਹੈ, ਕਿਉਂਕਿ ਸਰਕਾਰੀ ਕਾਲਜ ਹੈ ਉਹ, ਕਿਸੇ ਦਾ ਨਿੱਜੀ ਕਾਲਜ ਤਾਂ ਹੈ ਨਹੀਂ। ਬਿਲਕੁਲ, ਇਸ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਰਕਾਰੀ ਸੰਸਥਾ ਦੇ ਵਿੱਚ ਇਹੋ ਜਿਹਾ ਕੁਝ ਹੋਣਾ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ। ਇਹ ਸ਼ਰਮ ਉਹਨਾਂ ਨੂੰ ਕਿਉਂ ਨਹੀਂ ਆਈ ਫਿਰ? ਇਹ ਹੁਣ ਉਹੀ ਦੱਸ ਸਕਦੇ ਨੇ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕਾਲਜ ਦੇ ਵਿੱਚ ਇਹੋ ਜਿਹੇ ਮੁੱਦੇ ਹੋਏ ਨੇ, ਇਹੋ ਜਿਹੇ ਮੁੱਦੇ ਭੜਕੇ ਨੇ ਜਿਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਮੈਂ ਸੁਣਿਆ ਤੁਸੀਂ ਦੋ ਖਾਸ ਕੋਈ ਪ੍ਰੋਫੈਸਰ ਨੇ ਜਿਨ੍ਹਾਂ ਦੇ ਖਿਲਾਫ ਤੁਸੀਂ ਕਹਿ ਰਹੇ ਹੋ, ਇਲਜ਼ਾਮ ਲਾ ਰਹੇ ਹੋ, ਕੌਣ ਨੇ ਉਹ? ਹਾਂਜੀ, ਸਾਡੀ ਜਿਹੜੀ ਦਰਖਾਸਤ ਹੈ ਜੋ ਸਾਡੇ ਤਿੰਨਾਂ ਵੱਲੋਂ ਦਿੱਤੀ ਗਈ ਹੈ, ਇਹਦੇ ਵਿੱਚ ਅਸੀਂ 3 ਜਾਣਿਆਂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ। ਇੱਕ ਉਸ ਸਮੇਂ ਦੇ ਮੌਜੂਦਾ ਪ੍ਰਿੰਸੀਪਲ ਸੀ ਜੋ ਡਾਕਟਰ ਸੰਗੀਤਾ ਹਾਂਡਾ, ਦੂਜੇ ਸਨ ਉਸ ਸਮੇਂ ਦੇ ਬਰਸਰ ਅੰਮ੍ਰਿਤ ਸਮਰਾ, ਤੇ ਤੀਜੇ ਸੀਗੇ ਸਾਡੇ HAS ਦੇ ਸੈਕਟਰੀ SS ਰਿੱਖੀ। ਇਹਨਾਂ ਖਿਲਾਫ ਅਸੀਂ ਤਾਂ ਇਹ ਇਲਜ਼ਾਮ ਲਗਾਏ ਕਿਉਂਕਿ ਇਹਨਾਂ ਵੱਲੋਂ ਉਸ ਸਮੇਂ ਦੇ ਦੌਰਾਨ ਬਹੁਤ ਜ਼ਿਆਦਾ ਬੇਨੀਮੀਆਂ ਕੀਤੀਆਂ ਗਈਆਂ, ਫੰਡਾਂ ਦਾ ਗਲਤ ਪ੍ਰਯੋਗ ਕੀਤਾ ਗਿਆ। ਜਿੱਥੇ ਪ੍ਰਿੰਸੀਪਲ ਦੀ ਹੱਦ 50,000 ਰੁਪਏ ਤੱਕ ਹੈ, ਉਹਨੇ ਲੱਖਾਂ ਰੁਪਇਆ ਬਿਨਾਂ ਪ੍ਰਵਾਨਗੀ ਤੋਂ ਖਰਚਿਆ, ਤੇ ਜੋ ਸਰਾਸਰ ਸਾਡੇ ਫੰਡਾਂ ਨੂੰ ਗਲਤ ਤਰੀਕੇ ਨਾਲ ਖਰਚ ਕਰਨਾ ਕੀਤਾ ਗਿਆ। ਤੇ ਜੋ ਮੇਰਾ ਮੇਨ ਮੁੱਦਾ ਹੈ ਉਹ ਇਹ ਹੈ ਕਿ ਇਹ ਦੋ ਪ੍ਰੋਫੈਸਰ ਜਿਹੜੇ ਹੁਣ ਮੌਜੂਦਾ ਸਾਡੇ ਕਾਲਜ ਦੇ ਵਿੱਚ ਤੈਨਾਤ ਨੇ, ਇਹਨਾਂ ਦੇ ਖਿਲਾਫ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਕਾਰਵਾਈਆਂ ਹੋ ਚੁੱਕੀਆਂ ਨੇ, ਮੀਡੀਆ ਵੱਲੋਂ ਵੀ ਬਹੁਤ ਖਬਰਾਂ ਲੱਗੀਆਂ ਨੇ, ਬੱਚਿਆਂ ਨੇ ਇਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਨੇ, ਇਹਨਾਂ ਨੇ ਸਾਰੇ ਰੂਲਾਂ ਨੂੰ ਛਿੱਕੇ ਟੰਗਿਆ ਹੋਇਆ ਹੈ। ਹੁਣ ਪ੍ਰੋਫੈਸਰ ਅੰਮ੍ਰਿਤ ਸਮਰੇ ਦੀ ਗੱਲ ਕਰੀਏ, ਪ੍ਰੋਫੈਸਰ ਅੰਮ੍ਰਿਤ ਸਮਰਾ PPSC ਵੱਲੋਂ ਸਿਲੈਕਟਡ ਇੱਕ ਸਰਕਾਰੀ ਅਧਿਆਪਕ ਨੇ, ਠੀਕ ਹੈ। ਉਹ ਆਪਣੀ ਇੱਕ PhD ਕਰ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਜੋ ਰੈਗੂਲਰ ਕਰ ਰਹੇ ਨੇ। ਇੱਕ ਪ੍ਰੋਫੈਸਰ ਕਾਲਜ ਵਿੱਚ ਵੀ ਰੈਗੂਲਰ ਹੈ ਤੇ ਦੂਜੇ ਪਾਸੇ ਉਹ PhD ਵਿੱਚ ਵੀ ਰੈਗੂਲਰ ਹੈ। ਇਹ ਕਿਵੇਂ ਹੋ ਸਕਦਾ? ਇੱਕ ਬੰਦਾ ਦੋ ਥਾਂ ਤੇ ਰੈਗੂਲਰ ਕਿਵੇਂ ਹੋ ਸਕਦਾ? ਇਹ ਜੇ ਬਹੁਤ, ਉਸ ਤੋਂ ਇਲਾਵਾ ਇਹ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਗੱਲ ਦਿਖਦੀ ਨਹੀਂ, ਉਹ ਅੱਖਾਂ ਮੀਚ ਲੈਂਦੇ ਨੇ। ਫਿਰ ਅਟੈਂਡੈਂਸ ਇੱਕ ਪਾਸੇ ਲੱਗ ਰਹੀ ਹੋਣੀ ਹੈ ਨਾ, ਜਾਂ ਕਾਲਜ ਲੱਗੂਗੀ ਜਾਂ ਫਿਰ PhD ਜਿੱਥੇ ਕਰ ਰਹੇ ਨੇ ਉੱਥੇ ਲੱਗਣੀ ਹੈ। ਬਿਲਕੁਲ, ਇਹ ਰੈਗੂਲਰ ਦੋ ਥਾਂ ਤੇ ਨਹੀਂ ਹੋ ਸਕਦੇ। ਉਸ ਤੋਂ ਇਲਾਵਾ ਪ੍ਰੋਫੈਸਰ ਅੰਮ੍ਰਿਤ ਸਮਰਾ ਜਿਹੜੇ ਕਿ ਅਕਸਰ ਕਾਲਜ ਤੋਂ ਗੈਪ ਰਹਿੰਦੇ ਨੇ, ਸੰਗੀਤਾ ਹਾਂਡਾ ਪ੍ਰਿੰਸੀਪਲ ਸੰਗੀਤਾ ਹਾਂਡਾ ਦੇ ਸਮੇਂ ਉਹ ਹਫਤੇ ਦੀ ਇਕੱਠੀ ਅਟੈਂਡੈਂਸ ਆ ਕੇ ਪਾਉਂਦੇ ਸੀ। ਕਿਸੇ ਵੱਲੋਂ ਸ਼ਿਕਾਇਤ ਕੀਤੀ ਗਈ, ਉਹਨਾਂ ਦੇ ਹਾਜ਼ਰੀ ਰਜਿਸਟਰ ਦੀ ਕਾਪੀ ਆਪਣਾ ਅਜੀਤ ਅਖਬਾਰ ਦੀਆਂ ਸੁਰਖੀਆਂ ਬਣੀ। ਨਹੀਂ, ਇਹ ਨਿਯਮਾਂ ਵਿੱਚ ਲਿਖਿਆ ਹੋਣਾ ਕਿਤੇ ਵੀ ਇਕੱਠੀ ਹਫਤੇ ਦੀ ਲਾ ਸਕਦੇ ਹੋ ਤੁਸੀਂ। ਇਹ ਹੁਣ ਅੰਮ੍ਰਿਤ ਸਮਰਾ ਦੱਸ ਸਕਦੇ ਨੇ ਜਾਂ ਸੰਗੀਤਾ ਹਾਂਡਾ ਦੱਸ ਸਕਦੇ। ਤੁਹਾਡੇ ਲਈ ਰੂਲ ਅਲੱਗ ਨੇ? ਸਾਡੇ ਲਈ ਤਾਂ ਹੈਗੇ ਨੇ ਵੀ ਸਾਡੀ 9:45 ਵਜੇ ਤੋਂ ਲੈ ਕੇ 2 ਵਜੇ ਤੱਕ ਹਾਜ਼ਰੀ ਰੋਜ਼ ਦੀ ਰੋਜ਼ ਪੈਣੀ ਜ਼ਰੂਰੀ ਹੈ, ਪਰ ਉਹਨਾਂ ਨੂੰ ਇਸ ਚੀਜ਼ ਦੀ ਛੋਟ ਸੀ। ਉਹ ਕਿਉਂ ਛੋਟ ਦਿੱਤੀ ਗਈ ਸੀ? ਕਿਉਂਕਿ ਪਤਾ ਨਹੀਂ ਇਹ ਕਿਹੜੇ ਕੰਮ ਸੀ ਜੋ ਸੰਗੀਤਾ ਹਾਂਡਾ ਲਈ ਕਰਦੇ ਸਨ, ਜਿਹੜੀ ਉਹਨਾਂ ਨੂੰ ਇੰਨੀ ਖੁੱਲ੍ਹ ਮਿਲੀ ਹੋਈ ਸੀ। ਜਦੋਂ ਇਹ ਅਖਬਾਰਾਂ ਦੀ ਸੁਰਖੀ ਬਣੀ ਤਾਂ ਉਸ ਤੋਂ ਬਾਅਦ ਪ੍ਰੋਫੈਸਰ ਅੰਮ੍ਰਿਤ ਸਮਰਾ ਨੇ ਸਰਕਾਰੀ ਰਜਿਸਟਰ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ, ਠੀਕ ਹੈ। ਉਹਦੀ ਇੱਕ FIR ਲਿਖਾਈ। FIR ਦੇ ਵਿੱਚ ਇਹ ਲਿਖਾਇਆ ਗਿਆ ਕਿ ਸੁਬਡੈਂਟ ਦੇ ਹੱਥ ਵਿੱਚ ਦੇਖਿਆ ਗਿਆ। ਸੁਬਡੈਂਟ ਵੱਲੋਂ ਕਿਹਾ ਗਿਆ ਵੀ ਮੇਰੇ ਕੋਲ 2 ਦਿਨ ਪਹਿਲਾਂ ਇੱਕ RTI ਆਂਦੀ ਹੈ ਜਿਹਦੇ ਸੰਬੰਧ ਵਿੱਚ ਅੰਮ੍ਰਿਤ ਸਮਰਾ ਵੱਲੋਂ ਇਹ ਰਜਿਸਟਰ ਮੰਗਿਆ ਗਿਆ, ਤੇ ਉਸ ਤੋਂ ਬਾਅਦ ਮੈਨੂੰ ਮੁੜ ਕੇ ਮਿਲਿਆ ਹੀ ਨਹੀਂ ਰਜਿਸਟਰ, ਕਿਉਂਕਿ ਉਹ ਹਾਜ਼ਰੀ ਰਜਿਸਟਰ ਸੀ ਜਿਹੜਾ ਉਹਦੇ ਵਿੱਚ ਕਲੀਅਰ ਸੀਗਾ ਕਿ 5 ਦਿਨਾਂ ਦੀ ਅੰਮ੍ਰਿਤ ਸਮਰਾ ਵੱਲੋਂ ਇਕੱਠੀ ਹਾਜ਼ਰੀ ਪਾਈ ਗਈ ਸੀ। ਉਹਦੇ ਉੱਤੇ ਪਹਿਲਾਂ ਪ੍ਰਿੰਸੀਪਲ ਵੱਲੋਂ ਕਾਟਾ ਲਗਾਇਆ ਗਿਆ ਸੀ, ਫਿਰ ਫਲੂਡ ਲਾ ਕੇ ਸਾਈਨ ਕੀਤੇ। ਇਹੀਆਂ ਬਹੁਤ ਬੇਨੀਮੀਆਂ ਨੇ। ਹੁਣ ਜੇ ਦੂਜੀ ਗੱਲ ਕਰੀਏ ਪ੍ਰੋਫੈਸਰ SS, ਫਿਰ ਉਹਨਾਂ ਨੂੰ ਪੁੱਛਿਆ ਨਹੀਂ ਕਿ ਰਜਿਸਟਰ ਕਿੱਥੇ ਹੈ ਪ੍ਰੋਫੈਸਰ ਸਾਹਿਬ ਨੇ? ਉਹੀ ਪੁੱਛਣ ਦੇ ਤਾਂ ਯਤਨ ਕੀਤੇ ਜਾ ਰਹੇ ਨੇ ਸਾਡੇ ਵੱਲੋਂ ਇਹ ਸਵਾਲ ਹੀ ਨੇ ਜਿਹੜੇ ਵੱਖ-ਵੱਖ ਕੀਤੇ ਜਾ ਰਹੇ ਨੇ। ਪ੍ਰਿੰਸੀਪਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਪ੍ਰਿੰਸੀਪਲ ਉਹਨਾਂ ਦੇ ਖਿਲਾਫ ਸੰਗੀਤਾ ਹਾਂਡਾ ਨੇ ਕੁਝ, ਸੰਗੀਤਾ ਹਾਂਡਾ ਵੱਲੋਂ ਤਾਂ ਇਹਨੇ ਜੂਨੀਅਰ ਪ੍ਰੋਫੈਸਰ ਨੂੰ ਜਦੋਂ ਬਰਸਰ ਲਗਾਇਆ ਜਾ ਸਕਦਾ, ਜਦੋਂ ਕਿ ਸੀਨੀਅਰ ਮੋਸਟ ਪਰਸਨ ਨੂੰ ਬਰਸਰ ਲਗਾਉਣਾ ਬਣਦਾ ਹੈ, ਤਾਂ ਕੁਛ ਤਾਂ ਵਿੱਚ ਕਾਲਾ ਮਾਲਾ ਹੈ। ਅੱਛਾ, ਤੁਸੀਂ ਸੱਚ ਬੋਲਿਆ, ਤੁਹਾਨੂੰ ਤਾਂ ਚਲੋ ਇਨਾਮ ਮਿਲਦਾ ਪਿਆ ਹੈ, ਤੁਹਾਨੂੰ ਟਰਮੀਨੇਸ਼ਨ ਲੈਟਰ ਫੜਾ ਦਿੱਤਾ ਗਿਆ। ਤੁਸੀਂ ਹੁਣ ਹਰ ਲੈਕਚਰਰ ਜਾਂ ਪ੍ਰੋਫੈਸਰ ਹੈਗੇ ਹੋ ਆਪਣੇ ਕਾਲਜ ਦੇ ਵਿੱਚ, ਜਾਂ ਹੋਰ ਵੀ ਅਜਿਹੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕੋਈ ਇਲਜ਼ਾਮ ਲੱਗੇ ਹੋਣ? ਤੁਸੀਂ ਤਾਂ ਸੱਚ ਬੋਲਣ ਦੀ ਸਜ਼ਾ ਤੁਹਾਨੂੰ ਮਿਲ ਗਈ। ਅਸੀਂ ਅਸਲ 'ਚ ਅਸੀਂ ਹੋਣਹਾਰ ਹੈਗੇ ਹਾਂ ਸੱਚ ਬੋਲਣ ਦੇ ਲਈ, ਅਸੀਂ ਹੋਣਹਾਰ ਹੈਗੇ ਹਾਂ ਮੁੱਦੇ ਚੱਕਣ ਦੇ ਲਈ, ਅਸੀਂ ਹੋਣਹਾਰ ਹੈਗੇ ਹਾਂ ਜੋ ਬੇਨੀਮੀਆਂ ਹੋਈਆਂ ਨੇ ਉਹਨਾਂ ਦੇ ਲਈ। ਪਰ ਕੁਝ ਹੋਰ ਹੋਣਹਾਰ ਹੈਗੇ ਨੇ। ਇੱਕ ਸਾਡੀ ਪ੍ਰੋਫੈਸਰ ਨੇ ਜਿਨ੍ਹਾਂ ਨੇ ਇੱਕ ਸਾਡੀ
ਸਾਬਕਾ ਪ੍ਰੋਫੈਸਰ ਦੇ ਨਾਲ ਛੇੜਛਾੜ ਕੀਤੀ, ਉਹਨੂੰ ਫੋਨ ਤੇ ਕਮੈਂਟ ਕੀਤਾ ਤੇ ਉਹ ਸਾਬਕਾ ਪ੍ਰੋਫੈਸਰ ਆਪਣੇ ਪਤੀ ਦੇ ਨਾਲ ਆ ਕੇ ਉਹਨੂੰ ਕੁੱਟਦੀ ਹੈ, ਉਹਦੀ ਵੀਡੀਓ ਵਾਇਰਲ ਹੁੰਦੀ ਹੈ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਪਰ ਪ੍ਰੋਫੈਸਰ ਸਿਮਰਤ ਕੌਰ ਵੱਲੋਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਨੰਬਰ 1। ਨੰਬਰ 2, ਮਾਰਚ ਮਹੀਨੇ ਦੇ ਵਿੱਚ ਪੀਟੀਏ ਗੈਸਟ ਫੈਕਲਟੀ ਵੱਲੋਂ ਪੰਜਾਬ ਸਰਕਾਰ ਦੀ ਮੈਂ ਕਹੂੰਗਾ ਇੱਥੇ ਬਹੁਤ ਵੱਡੀ ਕਾਮਯਾਬੀ ਸੀ ਕਿ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਰਕਾਰੀ ਭਰਤੀ ਰੁਕੀ ਹੋਈ ਸੀ ਉਹਨੂੰ ਲਾਗੂ ਕਰਵਾਇਆ, ਉਹਨੂੰ ਖੁਲਾਇਆ। ਠੀਕ ਹੈ, ਸਰਕਾਰੀ ਭਰਤੀ ਹੋਣੀ ਸੀ ਪਰ ਪੀਟੀਏ ਸਟਾਫ ਵੱਲੋਂ ਧਰਨੇ ਦਿੱਤੇ ਗਏ ਕਿ ਸਾਨੂੰ ਹੀ ਰੈਗੂਲਰ ਕੀਤਾ ਜਾਵੇ, ਜਦ ਕਿ ਉਹਨਾਂ 'ਚੋਂ ਬਹੁਤ ਜ਼ਿਆਦਾ ਸਟਾਫ ਅਨਐਲੀਜੀਬਲ ਹੈ। ਠੀਕ ਹੈ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਗੇਟ ਬੰਦ ਕੀਤਾ। 45 ਦੇ ਕਰੀਬ ਪ੍ਰੋਫੈਸਰ ਨੇ, ਉਹਨਾਂ ਨੇ ਗੇਟ ਬੰਦ ਕਰਕੇ ਵਿਰੋਧੀ ਧਿਰ ਦੇ ਨੇਤਾ ਨੂੰ ਬੁਲਾ ਕੇ ਉੱਥੇ ਵਿਦਿਆਰਥੀਆਂ ਨੂੰ ਸ਼ਾਮਲ ਕਰਕੇ ਜਿੰਦਾਬਾਦ ਮੁਰਦਾਬਾਦ ਕੀਤੀ, ਪਰ ਪ੍ਰਿੰਸੀਪਲ ਸਿਮਰਤ ਕੌਰ ਵੱਲੋਂ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਹਦੇ ਵਿੱਚ ਸਰਾਸਰ ਪ੍ਰਿੰਸੀਪਲ ਸਿਮਰਤ ਕੌਰ ਦੀ ਮਿਲੀ ਭੁਗਤ ਸੀ। ਦੂਜੀ ਗੱਲ ਮੈਂ ਜਿਹੜੀ ਕਹਿਣੀ ਚਾਹੂੰਗਾ ਉਹ ਮੈਂ ਇਹ ਕਹਿਣੀ ਚਾਹੂੰਗਾ ਵੀ ਜੇ ਪੰਜਾਬ ਸਰਕਾਰ ਪੀਪੀਐਸਸੀ ਥਰੂ ਭਰਤੀ ਕਰੂਗੀ ਤਾਂ ਚੰਗੇ ਅਧਿਆਪਕ ਨੇ ਜਿਹੜੇ ਉਹ ਅੱਗੇ ਆਣਗੇ। ਠੀਕ ਹੈ, ਤੇ ਚੰਗੇ ਅਧਿਆਪਕਾਂ ਦੀ ਭਰਤੀ ਹੋ, ਜਿਹੜੇ ਡਿਜ਼ਰਵ ਕਰਦੇ ਨੇ ਉਹ ਅੱਗੇ ਆਣਗੇ, ਉਹਨਾਂ ਦੀ ਸਿਲੈਕਸ਼ਨ ਹੋਊਗੀ। ਤਾਂ ਇਹਦੇ ਵਿੱਚ ਕਿਉਂ ਅੜਚਣਾ ਬਣਾਈਆਂ ਜਾ ਰਹੀਆਂ ਨੇ? ਇਹ ਸਾਰੇ ਮੁੱਦੇ ਨੇ ਜਿਹੜੇ ਮੈਂ ਚੱਕਣੇ। ਤੁਸੀਂ ਇੱਕ ਪ੍ਰੋਫੈਸਰ ਦੇ ਬਾਰੇ ਦੱਸਿਆ ਵੀ ਜਿਨ੍ਹਾਂ ਦਾ ਘਟਾਪਾ ਕੀਤਾ ਸਾਬਕਾ ਪ੍ਰੋਫੈਸਰ ਨੇ ਆਪਣੇ ਪਤੀ ਦੇ ਨਾਲ ਆ ਕੇ, ਇਸ ਤੋਂ ਇਲਾਵਾ ਹੋਰ ਵੀ ਕੋਈ ਅਜਿਹੇ ਪ੍ਰੋਫੈਸਰ ਹੈਗੇ ਨੇ, ਸ਼ਿਕਾਇਤਾਂ ਪਹਿਲਾਂ ਹੋਈਆਂ ਜਾਂ ਨਹੀਂ? ਇਸੀ ਸਾਡੀ ਸ਼ਿਕਾਇਤ ਦੇ ਵਿੱਚ ਪ੍ਰੋਫੈਸਰ ਐਸ ਰੇਖੀ ਨੇ, ਜਿਨ੍ਹਾਂ ਦੇ ਖਿਲਾਫ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਸੀ ਵੀ ਇਹਨਾਂ ਵੱਲੋਂ ਕਦੇ ਕਲਾਸ ਨਹੀਂ ਲਗਾਈ ਜਾਂਦੀ। ਇਹਨਾਂ ਵੱਲੋਂ ਸਾਨੂੰ ਜਦੋਂ ਅਸੀਂ ਇਹਨਾਂ ਆਮ ਤੌਰ ਤੇ ਪ੍ਰੋਫੈਸਰ ਕਹਿੰਦੇ ਨੇ ਬੱਚੇ ਕਲਾਸ ਨਹੀਂ ਲਾਉਂਦੇ, ਨਹੀਂ ਇੱਥੇ ਬੱਚੇ ਕਹਿੰਦੇ ਨੇ ਵੀ ਇਹ ਐਸ ਰੇਖੀ ਸਾਡੀ ਕਲਾਸ ਨਹੀਂ ਲਗਾਉਂਦੇ। ਫਿਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਐਸ ਰੇਖੀ ਦੇ ਖਿਲਾਫ ਕੁਝ ਸਾਲ ਪਹਿਲਾਂ ਇੱਕ ਕਾਲਜ ਦੇ ਹੀ ਮਹਿਲਾ ਅਧਿਆਪਕ ਵੱਲੋਂ ਵੀ ਇਲਜ਼ਾਮ ਲਗਾਏ ਗਏ ਸੀ, ਜਿਸ ਵਿੱਚ ਐਸ ਰੇਖੀ ਨੇ ਮਾਫੀਨਾਮਾ ਮੰਗਿਆ ਸੀ। ਤੇ ਇਸ ਜਿਹੜੀ ਹੁਣ ਮੈਂ ਬੱਚਿਆਂ ਦੀ ਸ਼ਿਕਾਇਤ ਹੈ ਉਹਦੇ ਖਿਲਾਫ ਵਿੱਚ ਐਸ ਰੇਖੀ ਦੇ ਖਿਲਾਫ ਉੱਤੇ ਐਸ ਰੇਖੀ ਖਿਲਾਫ ਇਹ ਇਲਜ਼ਾਮ ਲੱਗੇ ਸੀ ਇਹਨਾਂ ਵੱਲੋਂ ਕਲਾਸਾਂ ਨਹੀਂ ਲਗਾਈਆਂ ਜਾਂਦੀਆਂ। ਜੇਕਰ ਅਸੀਂ ਇਹਨਾਂ ਨੂੰ ਪੜ੍ਹਾਉਣ ਨੂੰ ਕਹਿੰਦੇ ਹਾਂ ਤਾਂ ਇਹ ਕਹਿ ਦਿੰਦੇ ਨੇ ਵੀ ਕਿਤਾਬਾਂ 'ਚੋਂ ਪੜ੍ਹ ਲਓ, ਮੇਰੇ ਕੋਲ ਹੋਰ ਬਹੁਤ ਕੰਮ ਨੇ, ਮੈਂ ਡੀਸੀ ਦਫ਼ਤਰ ਜਾਣਾ ਹੁੰਦਾ, ਮੈਂ DPI ਜਾਣਾ ਹੁੰਦਾ, ਮੈਂ ਸੈਕਟਰੀ ਜਾਣਾ ਹੁੰਦਾ। ਸਭ ਤੋਂ ਪਹਿਲਾਂ ਇੱਕ ਟੀਚਰ ਦੀ ਡਿਊਟੀ ਆ ਆਪਣੇ ਬੱਚਿਆਂ ਨੂੰ ਵਿੱਦਿਆ ਦੇਣੀ। ਨਹੀਂ ਉਹਨਾਂ ਦੀ ਅਪਾਇੰਟਮੈਂਟ ਕਿਤੇ ਚਿੱਠੀਆਂ ਫੜਾਉਣ ਨੂੰ ਤਾਂ ਨਹੀਂ ਹੋਈ? ਨਹੀਂ, ਉਹਨਾਂ ਨੂੰ ਕਾਗਜ਼ਾਂ ਦੇ ਵਿੱਚ ਤਾਂ ਪ੍ਰੋਫੈਸਰ ਰੱਖਿਆ ਹੋਇਆ ਜੀ। ਅੱਛਾ, ਹਾਂਜੀ, ਇਹ ਸਾਰੇ ਮੁੱਦੇ ਨੇ। ਤੇ ਮੇਰੇ ਖਿਆਲ 'ਚ ਮਨਦੀਪ ਜੀ ਨਾਲ ਗੱਲ ਕਰਾਂਗੇ। ਤੁਹਾਨੂੰ ਮੇਰੇ ਖਿਆਲ ਪਹਿਲਾਂ ਹੀ ਪਤਾ ਲੱਗਿਆ ਸੀ ਵੀ ਟਰਮੀਨੇਸ਼ਨ ਲੈਟਰ ਮਿਲਣਾ? ਮੇਰੇ ਖਿਆਲ ਤੁਸੀਂ DGP ਸਾਹਿਬ ਉਹਨਾਂ ਨੂੰ ਪਹਿਲਾਂ ਵੀ ਪਿਛਲੇ ਸਾਲ ਸ਼ਾਇਦ ਲਿਖ ਕੇ ਵੀ ਪਾਇਆ ਸੀ। ਸਾਨੂੰ ਪਹਿਲਾਂ ਇਸ ਚੀਜ਼ ਦੀ ਸ਼ੰਕਾ ਸੀ ਕਿ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਕੋਈ ਵਿਹਾਰ ਕੀਤਾ ਜਾਊਗਾ ਜਦੋਂ ਸੰਗੀਤਾ ਹਾਂਡਾ ਮੈਡਮ ਹੈਗੇ ਸੀਗੇ ਜੀ। ਠੀਕ ਹੈ ਨਾ, ਉਸ ਟਾਈਮ ਜਦੋਂ ਅਸੀਂ ਸ਼ਿਕਾਇਤਾਂ ਸ਼ੁਰੂ ਕੀਤੀਆਂ ਸੀਗੀਆਂ ਤਾਂ ਸਾਨੂੰ ਧਮਕੀਆਂ ਆਉਣ ਲੱਗ ਗਈਆਂ ਸੀ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰੋ। ਤਾਂ ਡਾਇਰੈਕਟ ਧਮਕੀਆਂ ਜਾਂ ਇਨਡਾਇਰੈਕਟ, ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ? ਨਹੀਂ, ਦੇਖੋ ਡਾਇਰੈਕਟ ਤਾਂ ਸਰਕਾਰੀ ਬੰਦਾ ਦੇ ਵੀ ਨਹੀਂ ਸਕਦੇ ਹੈਗੇ। ਇਨਡਾਇਰੈਕਟਲੀ ਸਾਨੂੰ ਇਸ ਚੀਜ਼ ਦੀ ਧਮਕੀ ਆਈ ਸੀ ਕਿ ਤੁਹਾਡਾ ਕੈਰੀਅਰ ਖਰਾਬ ਹੋ ਜਾਏਗਾ, ਇਹ ਤੁਹਾਡੇ ਖਿਲਾਫ ਕੋਈ ਐਕਸ਼ਨ ਲੈ ਲੈਣਗੇ ਵੀ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ। ਹਰਕਤਾਂ ਉਹਨਾਂ ਨੇ ਤਾਂ ਕਰਕੇ ਕਿਹਾ, ਸ਼ਾਇਦ ਉਹਨਾਂ ਨੂੰ ਉਸ ਵੇਲੇ ਲੱਗਦਾ ਹੋਵੇਗਾ ਕਿ ਇਹ ਕੰਮ ਉਹਨਾਂ ਵਾਸਤੇ ਸਹੀ ਹੈ, ਬਟ ਜਦੋਂ ਉਹਨਾਂ ਨੂੰ ਸੱਚ ਦਾ ਪਤਾ ਲੱਗਿਆ ਸ਼ਾਇਦ ਉਹ ਬੰਦੇ ਵੀ ਪਿੱਛੇ ਹਟ ਜਾਂਦੇ ਹੋਣਗੇ। ਅਸੀਂ DGP ਨੂੰ ਤੇ ਹੋਰ ਜਿਹੜੇ ਹਾਇਰ ਅਥਾਰਟੀਜ਼ ਨੇ ਉਹਨਾਂ ਨੂੰ ਪਹਿਲਾਂ ਹੀ ਸ਼ੰਕਾ ਜਤਾ ਚੁੱਕੇ ਸੀ ਵੀ ਅਸੀਂ ਇਹ ਜਿਹੜੇ ਹੈਗੇ ਨੇ ਮੁੱਦੇ ਮੂਹਰੇ ਲੈ ਕੇ ਆਉਣ ਲੱਗੇ ਹਾਂ ਤੇ ਸ਼ਾਇਦ ਸਾਡੇ ਭਵਿੱਖ ਦੇ ਵਿੱਚ ਆਉਣ ਵਾਲੇ ਭਵਿੱਖ ਵੀ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੋਏਗੀ ਸਾਡੇ ਨਾਲ। ਮਤਲਬ ਦੇਖੋ ਪਹਿਲਾਂ ਹੀ ਪਤਾ ਸੀ ਵੀ ਅਸੀਂ ਇਸ ਰਾਹ ਤੇ ਚੱਲਣਾ ਹੈ, ਸੱਚ ਸਾਹਮਣੇ ਲਿਆਉਣਾ ਹੈ ਤੇ ਸਾਡੇ ਨਾਲ ਇਹ ਕੁਝ ਹੋ ਸਕਦਾ ਹੈ। ਉਹ ਮੇਰੇ ਖਿਆਲ 'ਚ ਲੈਟਰ ਪਈ ਹੋਈ ਤੁਹਾਡੇ ਕੋਲ? ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਤਾਰੀਖ ਜਿਹੜੀ ਹੈਗੀ ਉਹ ਵੀ ਜ਼ਰੂਰ ਮੈਂ ਦੱਸਣਾ ਚਾਹਾਂਗਾ। 16 ਜੁਲਾਈ 2019 ਨੂੰ ਲਿਖਿਆ ਗਿਆ ਹੈ ਜੀ, ਮੇਲ ਕੀਤੀ ਗਈ ਹੈ ਸਵੇਰੇ 9:23 ਤੇ ਇਹ DGP ਪੰਜਾਬ ਨੂੰ। ਤੇ ਸਾਫ਼ ਤੌਰ ਤੇ ਮੈਂ ਅੰਗਰੇਜ਼ੀ ਦੇ ਵਿੱਚ ਇਹ ਹੈਗੀ ਹੈ, ਮੈਂ ਜੋਸ਼ੀ ਸਾਹਿਬ ਨੂੰ ਕਹੂੰਗਾ ਕਿ ਪੜ੍ਹ ਕੇ ਇੱਕ ਵਾਰ ਦੱਸਣ, ਪੰਜਾਬੀ 'ਚ ਦੱਸਣ ਕਿ ਸਾਰ ਕੀ ਹੈ ਇਸ ਚਿੱਠੀ ਦਾ। ਸਰ, ਇਹਦੇ ਵਿੱਚ ਅਸੀਂ ਇਹ ਲਿਖਿਆ ਸੀਗਾ ਵੀ ਅਸੀਂ ਕੁਝ ਫਾਈਨੈਂਸ਼ੀਅਲ ਇਰੈਗੂਲੈਰਿਟੀਜ਼ ਬਾਰੇ, ਵਿੱਤੀ ਬੇਨਿਯਮੀਆਂ ਬਾਰੇ ਕੰਪਲੇਂਟਸ ਕਰ ਰਹੇ ਹਾਂ ਔਰ ਅੱਗੇ ਵੀ ਥੋੜ੍ਹਾ ਜਿਹਾ ਕਰਨੀਆਂ ਹੈਗੀਆਂ ਤੇ ਸਾਨੂੰ ਆਸ਼ੰਕਾ ਹੈ ਵੀ ਸਾਨੂੰ ਜਾਨੀ ਮਾਲੀ ਜਾਂ ਸਾਡੇ ਕੈਰੀਅਰ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਵੀ ਅਸੀਂ ਤੁਹਾਨੂੰ ਪਹਿਲਾਂ ਹੀ ਇੱਕ ਵਾਰੀ ਇਨਫੋਰਮ ਕਰਨਾ ਚਾਹੁੰਦੇ ਹਾਂ ਤਾਂ ਕਿ ਬਾਅਦ 'ਚੋਂ ਸਾਡੇ ਤੇ ਕੋਈ ਝੂਠਾ ਇਲਜ਼ਾਮ ਨਾ ਲਗਾਇਆ ਜਾਵੇ ਜੀ। ਜੋਸ਼ੀ ਸਾਹਿਬ ਦੀ ਭਵਿੱਖਬਾਣੀ ਸੱਚ ਹੋ ਗਈ, ਟਰਮੀਨੇਸ਼ਨ ਤਾਂ ਮਿਲ ਗਈ ਹੈ। ਅੱਛਾ, ਹੋਰ ਕਾਲਜ ਵਾਲੇ ਹੋਰ ਤਾਂ ਨਹੀਂ ਹੁਣ ਕੋਈ ਧਮਕੀਆਂ ਦੇ ਰਹੇ? ਸਰ, ਧਮਕੀਆਂ ਤਾਂ ਆਉਂਦੀਆਂ ਰਹਿੰਦੀਆਂ ਜੀ ਔਰ ਬਾਕੀ ਜਿਹੜੇ ਹੁਣ ਮਸਲੇ ਹੀ ਇਹੋ ਜਿਹੇ ਨੇ, ਉਹਨਾਂ ਨੂੰ ਪਤਾ ਵੀ ਇਹ ਮਸਲਿਆਂ ਨੂੰ ਹੁਣ ਕਾਗਜ਼ਾਂ ਨੂੰ ਕਿੰਨਾ ਕੁ ਤੁਸੀਂ ਚੇਂਜ ਕਰ ਲਓਗੇ। ਠੀਕ ਹੈ ਨਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਜਦੋਂ ਪ੍ਰੋਪਰ ਜੇ SIT ਵਗੈਰਾ ਗਠਿਤ ਹੋ ਕੇ ਸਰਕਾਰ ਇਨਕੁਆਇਰੀ ਕਰੂਗੀ ਤਾਂ ਹਰ ਚੀਜ਼ ਕਿਤੋਂ ਨਾ ਕਿਤੋਂ ਨਿਕਲ ਹੀ ਆਊਗੀ। ਲੇਕਿਨ ਟਿਵਾਣਾ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਾਗਜ਼ ਪੱਤਰ ਸਾਰੇ ਕਾਲਜ ਦੀ ਕਸਟਡੀ ਦੇ ਵਿੱਚ ਨੇ, ਉਹ ਮੈਨੀਪੂਲੇਟ ਕਰ ਸਕਦੇ ਨੇ? ਬਿਲਕੁਲ ਸਾਨੂੰ ਪੂਰਾ ਸ਼ੱਕ ਹੈ, ਕਿਉਂਕਿ ਸਾਡੀ ਦਰਖਾਸਤ ਜਿਹੜੀ ਆ ਅਸੀਂ ਜੂਨ ਜੁਲਾਈ ਮਹੀਨੇ 19 ਦੇ ਵਿੱਚ ਦਿੱਤੀਆਂ ਸੀਗੀਆਂ। ਉਸ ਤੋਂ ਬਾਅਦ ਜਿਹੜਾ HIA ਸੈਕਟਰੀ ਨੇ
ਪ੍ਰੋਫੈਸਰ ਐਸ ਰੇਖੀ, ਉਹ ਪਿਛਲੇ ਮਹੀਨੇ ਤੱਕ ਆਪਣੀ ਉਸੇ ਸੀਟ ਤੇ ਬਰਕਰਾਰ ਰਹੇ ਨੇ, ਜਦੋਂ ਕਿ ਅਸੀਂ ਉਸ ਸੰਬੰਧੀ ਵਾਰ-ਵਾਰ ਸਰਕਾਰ ਨੂੰ ਗੁਹਾਰ ਲਗਾਈ ਹੈ ਵੀ ਇਹਨਾਂ ਨੂੰ ਬਦਲਿਆ ਜਾਵੇ, ਇਹਨਾਂ ਨੂੰ ਤੁਰੰਤ ਇਸ ਅਹੁਦੇ ਤੋਂ ਹਟਾਇਆ ਜਾਵੇ, ਜਾਂ ਇਹਨਾਂ ਦੀ, ਜਦੋਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਜਦੋਂ ਵਿਜੀਲੈਂਸ ਦੀ ਇਨਕੁਆਇਰੀ ਸ਼ੁਰੂ ਹੋ ਗਈ ਤਾਂ ਸਭ ਤੋਂ ਪਹਿਲਾਂ ਵਿਭਾਗ ਦਾ ਬਣਦਾ ਸੀ ਕਿ ਉਹਨਾਂ ਨੂੰ ਉਸ ਇੰਸਟੀਚਿਊਟ ਵਿੱਚੋਂ ਬਦਲਿਆ ਜਾਵੇ ਤਾਂ ਕਿ ਇੱਕ ਫੇਰ ਜਿਹੜੀ ਇਨਵੈਸਟੀਗੇਸ਼ਨ ਹੋ ਸਕੇ। ਪਰ ਸਰਕਾਰ ਦੇ ਸਿਰ ਤੇ ਕੋਈ ਜੂੰ ਨਹੀਂ ਰੇਂਗਦੀ, ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਪਤਾ ਨਹੀਂ ਕਿਉਂ ਉਹ ਇੰਨੀ ਮਜਬੂਰ ਹੈ ਕਿ ਇਹ 2 ਪ੍ਰੋਫੈਸਰਾਂ ਦੇ ਖਿਲਾਫ ਜਾਂ ਸਾਡੇ ਸਾਬਕਾ ਪ੍ਰਿੰਸੀਪਲ ਦੇ ਖਿਲਾਫ ਕੋਈ ਵੀ ਸਖਤ ਕਦਮ ਚੁੱਕਣ ਤੋਂ ਗੁਰੇਜ਼ ਕਰਦੀ ਹੈ। ਟਿਵਾਣਾ ਸਾਹਿਬ, ਤੁਹਾਨੂੰ ਵੀ ਧਮਕੀਆਂ ਆ ਰਹੀਆਂ ਨੇ? ਬਿਲਕੁਲ ਮੈਨੂੰ ਆਈ ਹੈ ਜੀ। ਮੈਨੂੰ 2 ਦਿਨ ਪਹਿਲਾਂ ਹੀ ਜਦੋਂ ਹੁਣ ਇੱਕ ਫੋਨ ਆਇਆ ਸਾਡੇ ਇੱਕ ਕਲੈਰੀਕਲ ਸਟਾਫ ਦਾ, ਤੇ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਕਿ ਮੈਨੂੰ ਉਹਨਾਂ ਨੂੰ ਪ੍ਰੋਫੈਸਰ ਅੰਮ੍ਰਿਤ ਸਮਰਾ ਤੇ ਇੱਕ ਹੋਰ ਲੇਡੀ ਪ੍ਰੋਫੈਸਰ ਵੱਲੋਂ ਕਿਹਾ ਗਿਆ ਕਿ ਇਹ 2 ਹਜੇ ਤਾਂ ਇਹ ਤਿੰਨੋਂ ਕਾਲਜ ਵਿੱਚੋਂ ਸਾਫ਼ ਹੋਏ ਨੇ, ਇਹਨਾਂ ਦਾ ਇਹ ਨਹੀਂ ਪਤਾ ਵੀ ਇਹ ਗਏ ਕਿੱਧਰ। ਇਹੀ ਜਿਹੀਆਂ ਧਮਕੀਆਂ ਸਾਨੂੰ ਸੁਣਨ ਨੂੰ ਆ ਰਹੀਆਂ, ਉਹਦੀ ਮੇਰੇ ਕੋਲ ਰਿਕਾਰਡਿੰਗ ਵੀ ਹੈ, ਠੀਕ ਹੈ ਨਾ। ਪਰ ਅਸੀਂ ਸੱਚ ਤੇ ਖੜੇ ਹਾਂ, ਸਾਨੂੰ ਕੋਈ ਪਰਵਾਹ ਨਹੀਂ ਹੈ। ਸਾਨੂੰ ਮੀਡੀਆ ਦਾ ਸਾਥ ਚਾਹੀਦਾ, ਸਾਡੀ ਆਵਾਜ਼ ਸਰਕਾਰੇ ਦਰਬਾਰੇ ਪਹੁੰਚਣੀ ਚਾਹੀਦੀ ਹੈ। ਅਸੀਂ ਸੱਚ ਲਈ ਜਿੱਥੋਂ ਤੱਕ ਸਾਨੂੰ ਲੜਨਾ ਪਿਆ ਅਸੀਂ ਲੜਾਂਗੇ। ਨਹੀਂ, ਬਿਲਕੁਲ। ਪ੍ਰੋਫੈਸਰ ਮਨਦੀਪ, ਪ੍ਰੋਫੈਸਰ ਟਿਵਾਣਾ ਤੇ ਪ੍ਰੋਫੈਸਰ ਜੋਸ਼ੀ, ਤਿੰਨਾਂ ਨੂੰ ਸਲਾਮ ਹੈ ਸਾਡਾ, ਕਿਉਂਕਿ ਆਪਣੇ ਕੀਤੇ ਦੇ ਨਾਲ ਪਹਿਲੀ ਗੱਲ ਇਮਾਨਦਾਰੀ, ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਹੋਵੇ, ਇਸ ਲਈ ਇਹ ਕੋਸ਼ਿਸ਼ਾਂ ਕਰ ਰਹੇ ਨੇ, ਜੰਗ ਵੀ ਲੜ ਰਹੇ ਨੇ, ਕੁਰਬਾਨੀ ਆਪਣੀ ਨੌਕਰੀ ਦੀ ਦਿੱਤੀ ਹੈ। ਸਭ ਤੋਂ ਪਿਆਰੀ ਕਿਸੇ ਨੂੰ ਵੀ ਬੰਦੇ ਨੂੰ ਆਪਣੀ ਨੌਕਰੀ ਹੁੰਦੀ ਹੈ, ਕਿਉਂਕਿ ਘਰ ਚੱਲਦਾ ਹੈ ਜੀ, ਪੈਸੇ ਘਰੇ ਆਉਣਗੇ ਤਾਂ ਚੁੱਲ੍ਹਾ ਬਲੇਗਾ, ਪਰ ਨੌਕਰੀ ਦੀ ਕੁਰਬਾਨੀ ਦਿੱਤੀ ਹੈ ਤੇ ਜੰਗ ਫਿਲਹਾਲ ਜਾਰੀ ਹੈ। ਅੱਗੇ ਇਹ ਹੁਣ ਲੀਗਲ ਐਡਵਾਈਸ ਵੀ ਲੈਣਗੇ ਤੇ ਬਣਦੀ ਕਾਰਵਾਈ ਦੀ ਮੰਗ ਵੀ ਕਰਨਗੇ ਤੇ ਆਪਣੇ ਹੱਕ ਦੇ ਲਈ, ਕਾਲਜ ਦੇ ਹੱਕ ਦੇ ਲਈ, ਬੱਚਿਆਂ ਦੇ ਹੱਕ ਦੇ ਲਈ, ਸੂਬੇ ਦੇ ਹੱਕ ਦੇ ਲਈ ਲੜਾਈ ਜਾਰੀ ਵੀ ਰੱਖਣਗੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।